ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਇੱਕ ਉਰਦੂ ਦਾ ਸ਼ੇਰ ਹੈ, और भी दुख है ज़माने में ਮੁਹੱਬਤ ਕੇ ਸਿਵਾ। ਕਦੇ ਕਦੇ ਮੈਂ ਇਹਨੂੰ ਥੋੜ੍ਹਾ ਜਿਹਾ ਬਦਲ ਕੇ ਇਸ ਤਰ੍ਹਾਂ ਬੋਲਦਾ, और भी बहुत कुछ है ज़माने में ਸਿਆਸਤ ਕੇ ਸਿਵਾ। ਇਹ ਗੱਲ ਮੈਂ ਉਸ ਦਿਨ ਬੋਲਦਾ ਜਦੋਂ ਕਦੇ ਮੈਂ ਇਕੱਲਾ ਕਿਸੇ ਸਿਲਸਿਲੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਰੂਬਰੂ ਹੁੰਨਾ। ਫਿਰ ਮੈਨੂੰ ਕੁਝ ਲੋਕਾਂ ਦੇ ਟੈਲੀਫੋਨ ਆਉਂਦੇ ਆ, ਕੁਝ ਲੋਕਾਂ ਦੇ WhatsApp ਮੈਸੇਜ ਆਉਂਦੇ ਆ, ਕੁਝ ਪ੍ਰਾਈਮ ਏਸ਼ੀਆ ਨੂੰ ਆਪਣੇ ਵਿਚਾਰ ਭੇਜਦੇ ਆ ਕਿ ਆ ਜਿਹੜੀਆਂ ਵਾਧੂ ਦੀਆਂ ਗੱਲਾਂ ਇਹ ਬੰਦਾ ਕਰਦਾ, ਇਹਨਾਂ ਦੀ ਕੀ ਲੋੜ ਹੈ, ਇਹਨਾਂ ਦੀ ਕੀ ਤੁਕ ਹੈ। ਅੱਜ ਤਾਂ ਫਲਾਣੀ ਘਟਨਾ ਦਿੱਲੀ ਵਿੱਚ ਵਾਪਰੀ ਸੀ, ਅੱਜ ਪਾਰਲੀਮੈਂਟ ਵਿੱਚ ਆ ਹੋਇਆ ਤੇ ਅੱਜ ਫਲਾਣੇ ਰਾਜ ਦੀ ਫਲਾਣੀ ਅਸੈਂਬਲੀ ਦੇ ਵਿੱਚ ਫਲਾਣੇ ਮੰਤਰੀ ਨੇ ਜਾਂ ਫਲਾਣੀ ਪਾਰਟੀ ਦੇ ਨੁਮਾਇੰਦੇ ਨੇ ਆਹ ਕੀਤਾ ਸੀ। ਅਸੀਂ ਤਾਂ ਉਹ ਉਡੀਕਦੇ ਸਾਂ ਕਿ ਉਹਦੇ ਬਾਰੇ ਗੱਲ ਕਰੇ ਤੇ ਇਹ ਅੱਜ ਹੋਰ ਹੀ ਪਾਸੇ ਨੂੰ ਗੱਲ ਖਿੱਚ ਕੇ ਲੈ ਗਿਆ। उस दिन फिर मैं कहना कि और भी बहुत कुछ है ज़माने में सियासत के सिवा। हर वक्त सियासत सियासत सियासत। जे किसी नूं रोज़ खीर भी खाण नूं मिलदी होवे तो खांदा खांदा अक जांदा, रोज़ मिठा भी नहीं खाधा जांदा। कुछ ना कुछ थोड़ी जी तब्दीली दी लोड़ होवे ते तब्दीली भी आप ना चुनी जावे, उस तब्दीली वास्ते मुद्दे सिर चुक के राज खलो जांदे होण कि साडा तैनूं चेता किदण आवेगा। उदों फिर सियासत छड्ड के तुहाडे नाल इहो जे मौके ते मैनूं ओह गल्लां करनियां पैंदियां जिहड़ियां रूटीन दी सियासत ते रूटीन दी डिस्कशन तो वखरियां हुंदियां। मिसाल दे तौर ते मैं कई दिनां दा तुहाडे नाल गल करनी चाहुंदा सां कि पंजाब दे विच गुरदासपुर ਜ਼ਿਲ੍ਹੇ 'ਚ एक बाबा आया सिंह रियाड़की कालेज चलदा पिया। कुड़ियां दा कालेज है। देश भगत बाबा आया सिंह होरां ने शुरू करता। देश भगत सोच नाल जुड़े हुए लोग मदद करते रहे। पंजाब दा शांति निकेतन कहा जाता वो कालेज अज भी पूरे दे पूरे 100% नतीजे दे रहा। फीसां उससे लईआं कोई नहीं जांदियां, बगैर फीसां तो पढ़ाई कराई जाती है। कमाल की गल यह है कि उत्थे टीचर जिहड़े पढ़ाउण वाले अध्यापक ने, प्रोफैसर ने, वो भी नहीं बहुते रखे जाते। स्कूल तो लैके उपर BA तक MA तक जिन्नी भी पढ़ाई हुंदी है ਉਹਦੇ ਵਿੱਚ ਸਿਰਫ ਉੱਪਰਲੀਆਂ ਕਲਾਸਾਂ ਜਿਹੜੀਆਂ ਨੇ, ਉੱਪਰਲੀਆਂ ਜਮਾਤਾਂ ਜਿਹੜੀਆਂ ਨੇ ਉਹਨਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਨੇ। ਬਾਕੀ ਜਮਾਤਾਂ 'ਚ ਵਿਦਿਆਰਥਣ ਕੁੜੀਆਂ ਆਪਣੀਆਂ ਛੋਟੀਆਂ ਭੈਣਾਂ ਨੂੰ ਪੜ੍ਹਾਉਂਦੀਆਂ ਤੇ ਛੋਟੀਆਂ ਭੈਣਾਂ ਅੱਗੋਂ ਆਪਣੀਆਂ ਭੈਣਾਂ ਨੂੰ ਪੜ੍ਹਾਉਂਦੀਆਂ। ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਜਿਹੜੀਆਂ ਵਿਚਾਲੇ ਹੋ, ਨਾ ਤੁਸੀਂ ਉੱਪਰਲੀ ਕਲਾਸ ਵਿੱਚ ਹੋ ਨਾ ਤੁਸੀਂ ਹੇਠਲੀ ਵਿੱਚ ਹੋ, ਤੁਹਾਡਾ ਤਜਰਬਾ ਕੀ ਹੈ? ਉਹ ਕਹਿੰਦੀਆਂ ਜਦੋਂ ਅਸੀਂ ਆਪਣੇ ਤੋਂ ਹੇਠਲੀ ਕਲਾਸ ਵਾਲੀਆਂ ਛੋਟੀਆਂ ਭੈਣਾਂ ਨੂੰ ਪੜ੍ਹਾਉਂਦੀਆਂ ਤੇ ਕਈ ਗੱਲਾਂ ਜਿਹੜੀਆਂ ਸਾਨੂੰ ਭੁੱਲ ਜਾਂਦੀਆਂ ਉਹ ਫਿਰ ਅਸੀਂ ਆਪਣੇ ਤੋਂ ਉੱਪਰਲੀ ਕਲਾਸ ਵਾਲੀਆਂ ਦੀਦੀਆਂ ਤੋਂ ਪੁੱਛ ਲੈਂਦੀਆਂ, ਉਹਨਾਂ ਤੋਂ ਪੁੱਛ ਕੇ ਅਸੀਂ ਚੱਲਦੇ ਹਾਂ। ਪ੍ਰਿੰਸੀਪਲ ਸਵਰਨ ਸਿੰਘ ਹੋਰੀ ਤੇ ਉਹਨਾਂ ਦੀ ਸਾਰੀ ਟੀਮ ਮਦਦ ਕਰਦੀ ਹੈ। ਉਸ ਕਾਲਜ ਦੇ ਨਾਲ ਕੁਝ ਜ਼ਮੀਨ ਹੈ, ਉਸ ਜ਼ਮੀਨ ਦੇ ਉੱਤੇ ਖੇਤੀ ਵੀ ਉਹ ਕੁੜੀਆਂ ਕਰਦੀਆਂ ਨੇ। ਹੋਸਟਲ ਵਿੱਚ ਰਹਿੰਦੀਆਂ ਨੇ। ਲਗਾਤਾਰ ਉਹਨਾਂ ਕੁੜੀਆਂ ਦੀ ਕਮੇਟੀ ਬਣੀ ਹੋਈ ਹੈ ਵਿਦਿਆਰਥਣਾਂ ਦੀ। ਉਹ ਫੈਸਲਾ ਕਰਦੀ ਹੈ ਕਿ ਇਸ ਹਫ਼ਤੇ ਫਲਾਣੀ ਫਲਾਣੀ ਕਲਾਸ 'ਚੋਂ ਇੱਕ ਇੱਕ ਕੁੜੀ ਲੈ ਕੇ ਉਹਨਾਂ ਕਲਾਸਾਂ 'ਚੋਂ ਇੱਕ ਟੀਮ ਬਣਾਉਂਦੀਆਂ, ਜਿਹੜੀ ਟੀਮ ਸਾਰੇ ਹੋਸਟਲ ਦੀ ਸਾਫ਼ ਸਫਾਈ ਤੋਂ ਲੈ ਕੇ ਰੋਟੀ ਪਾਣੀ ਪਕਾਉਣ, ਅੱਜ ਆਟਾ ਕੌਣ ਗੁੰਨੇਗੀ, ਅੱਜ ਲੋਹ ਦੇ ਵਿੱਚ ਉਹਦੇ ਵਿੱਚ ਬਾਲਣ ਕੌਣ ਝੋਕੇਗੀ, ਅੱਜ ਉਹਦੇ ਤੋਂ ਪੀੜੇ ਕੌਣ ਬਣਾਵੇਗੀ ਤੇ ਚਕਲੇ ਦੇ ਉੱਤੇ ਰੋਟੀਆਂ ਕੌਣ ਵੇਲੇਗੀ, ਉਹ ਸਾਰਾ ਕੁਝ ਉਹ ਕਰਦੀਆਂ ਨੇ। ਸਬਜ਼ੀ ਉਹ ਬਣਾਉਂਦੀਆਂ ਨੇ। ਖੇਤਾਂ ਵਿੱਚੋਂ ਹਰ ਕਿਸਮ ਦੀ ਸਬਜ਼ੀ ਆਪ ਪੈਦਾ ਕਰਦੀਆਂ ਨੇ ਔਰ ਚਾਅ ਨਾਲ ਦੱਸਦੀਆਂ ਨੇ ਕਿ ਅਸੀਂ ਹਰ ਕੰਮ ਜਦੋਂ ਹੱਥੀਂ ਕਰਦੀਆਂ ਤੇ ਆਪਣੀ ਪੈਦਾ ਕੀਤੀ ਸਬਜ਼ੀ ਜਦੋਂ ਅਸੀਂ ਹੋਸਟਲ 'ਚ ਆਪਣੀਆਂ ਭੈਣਾਂ ਨੂੰ ਖਵਾਉਂਦੀਆਂ ਤੇ ਆਪ ਖਾਂਦੀਆਂ ਤੇ ਸਾਨੂੰ ਮਾਣ ਮਹਿਸੂਸ ਹੁੰਦਾ। ਜਿਹੜੀਆਂ ਕੁੜੀਆਂ ਮੈਰਿਟ ਤੇ ਆ ਜਾਂਦੀਆਂ, ਜਿਹੜੀਆਂ ਫਸਟ ਸੈਕਿੰਡ ਥਰਡ ਉੱਪਰਲੇ ਰੈਂਕਾਂ ਤੇ ਆ ਜਾਂਦੀਆਂ, ਉਹਨਾਂ ਦੇ ਘਰਾਂ ਵਾਸਤੇ ਉਹਨਾਂ ਨੂੰ ਬਕਾਇਦਾ ਉਸ ਕੁਦਰਤੀ ਖੇਤੀ ਵਾਲੇ ਅਨਾਜ ਦੇ ਥੈਲੇ ਦਿੱਤੇ ਜਾਂਦੇ ਕਿ ਆਪਣੇ ਮਾਂ-ਬਾਪ ਨੂੰ ਜਾ ਕੇ ਦੱਸਿਓ ਕਿ ਆਹ ਕੁਝ ਅਸੀਂ ਉੱਥੇ ਪੈਦਾ ਕਰਦੀਆਂ। ਇਹ ਪੰਜਾਬ ਦਾ ਜਿਹੜਾ ਇਹ ਸ਼ਾਂਤੀ ਨਿਕੇਤਨ ਹੈ, ਪਤਾ ਨਹੀਂ ਕਿਉਂ ਅਜੇ ਤੱਕ ਬਹੁਤੇ ਪਾਸੇ ਪ੍ਰਚਾਰ ਦਾ ਕੇਂਦਰ ਨਹੀਂ ਬਣ ਸਕਿਆ। ਇਹ ਬਣਨਾ ਚਾਹੀਦਾ। ਮੈਂ ਇਹ ਬੇਨਤੀ ਕਰਾਂ ਕਿ ਬਹੁਤ ਸਾਰੀਆਂ ਥਾਵਾਂ ਨੇ ਅਣਗੌਲਿਆ ਕਰਨ ਕਰਕੇ ਕਦੇ-ਕਦੇ ਪਛੇਤ ਦਾ ਸ਼ਿਕਾਰ ਹੋ ਜਾਂਦੀਆਂ। ਮੈਨੂੰ ਇੱਕ ਦਿਨ ਅਚਾਨਕ ਪਤਾ ਲੱਗਾ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਤੋਂ ਹਰੀਕੇ ਪੱਤਣ ਨੂੰ ਜਾਂਦਿਆਂ
ਜਿਹੜਾ ਕਸਬਾ ਸਰਿਆਲੀ ਹੈ, ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਦਾ ਕਸਬਾ, ਮਹਾਨ ਦੇਸ਼ ਭਗਤ ਦਾ, ਉੱਥੇ ਗੁਰੂ ਗੋਬਿੰਦ ਸਿੰਘ ਕਾਲਜ ਜਿਹੜਾ ਚੱਲਦਾ ਹੈ, ਉਹ ਜਿਹੜੇ ਕਾਰ ਸੇਵਾ ਵਾਲੇ ਸੰਤਾਂ ਨੇ ਸ਼ੁਰੂ ਕੀਤਾ ਸੀ, ਬਹੁਤ ਵਧੀਆ ਚੱਲਦਾ ਸੀ। ਹੌਲੀ ਹੌਲੀ ਪਛੇਤ ਦਾ ਸ਼ਿਕਾਰ ਹੋ ਗਿਆ। 2 ਸਾਲ ਪਹਿਲਾਂ ਇਹੋ ਜਿਹੀ ਹਾਲਤ ਬਣੀ ਕਿ ਉੱਥੇ 100 ਤੋਂ ਘੱਟ ਬੱਚੇ ਰਹਿ ਗਏ ਸਨ। ਉਦੋਂ ਕੁਝ ਲੋਕਾਂ ਨੇ ਚਿੰਤਾ ਕੀਤੀ, ਬਾਬਾ ਜੀ ਨਾਲ ਜਾ ਕੇ ਗੱਲ ਕੀਤੀ, ਕਮੇਟੀ ਬਦਲੀ ਗਈ। ਉਸ ਕਮੇਟੀ ਵਿੱਚ ਨਵੀਂ ਸੋਚ ਵਾਲੇ ਲੋਕ ਲਿਆਂਦੇ ਗਏ। ਸਾਰੇ ਦੇ ਸਾਰੇ ਸਟਾਫ ਨੇ, ਸਾਰਿਆਂ ਨੇ ਰਲ ਕੇ ਮਦਦ ਕੀਤੀ ਔਰ ਇੱਕਦਮ ਤੁਸੀਂ ਵੇਖੋ ਕਿ ਤਜਰਬਾ ਕਿੰਨਾ ਕਾਮਯਾਬ ਰਿਹਾ ਕਿ ਜਿਹੜੇ ਕਾਲਜ ਦੇ ਵਿੱਚ 2 ਸਾਲ ਪਹਿਲਾਂ 100 ਤੋਂ ਘੱਟ ਬੱਚੇ ਸਨ, ਉਹ ਮੁੜ ਕੇ 2 ਸਾਲਾਂ ਦੇ ਅੰਦਰ 100 ਤੋਂ 200 ਨਹੀਂ, 500 ਨਹੀਂ, 800 ਨਹੀਂ, 1000 ਤੋਂ ਉੱਪਰ ਬੱਚੇ ਹੋ ਗਏ ਆ। ਔਰ ਸਾਰੇ ਇਲਾਕੇ ਦੇ ਲੋਕਾਂ ਨੇ ਆਖਿਆ ਜੀ ਅਸੀਂ ਤਾਂ ਪੜ੍ਹਾਉਣਾ ਚਾਹੁੰਦੇ ਹਾਂ, ਤੁਸੀਂ ਪੜ੍ਹਾਓ, ਸਾਨੂੰ ਹੋਰ ਕੀ ਚਾਹੀਦਾ। ਇਹ ਜਦੋਂ ਪਤਾ ਲੱਗਾ ਤੇ ਮੈਂ ਉੱਥੇ ਗੇੜਾ ਕੱਢਣ ਚਲਾ ਗਿਆ। ਮੈਂ ਜਾ ਕੇ ਸਟਾਫ ਨੂੰ ਮਿਲਿਆ, ਮੈਂ ਬੱਚਿਆਂ ਨੂੰ ਮਿਲਿਆ, ਮੈਂ ਸਾਰਾ ਕੁਝ ਵੇਖਿਆ ਤੇ ਫਿਰ ਮੈਂ ਆ ਕੇ ਆਪਣੇ ਮੈਨੇਜਮੈਂਟ ਨਾਲ ਗੱਲ ਕਰਕੇ ਪ੍ਰਾਈਮ ਏਸ਼ੀਆ ਦੀ ਟੀਮ ਭੇਜੀ। ਜਦੋਂ ਟੀਮ ਉੱਥੇ ਗਈ, ਉਹਨਾਂ ਨੇ ਉਹ ਸਾਰੀ ਰਿਪੋਰਟ ਆ ਕੇ ਪੇਸ਼ ਕੀਤੀ। ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਕੈਨੇਡਾ ਦੇ ਕੈਲਗਰੀ ਤੋਂ ਮੁਖਵਿੰਦਰਪਾਲ ਸਿੰਘ ਉੱਪਲ ਹੋਰੀ ਆਏ ਹੋਏ ਸੀ। ਉਹਨਾਂ ਨੇ ਉਸੇ ਵੇਲੇ ਉਹਦਾ ਪਤਾ ਕੀਤਾ, ਕਾਲਜ ਵਿੱਚ ਗਏ, ਉੱਥੇ ਜਾ ਕੇ ਕਾਲਜ ਦੇ ਸਾਰੇ ਸਟਾਫ ਨੂੰ ਮਿਲੇ, ਮੈਨੇਜਮੈਂਟ ਨੂੰ ਮਿਲੇ ਤੇ ਖੜੇ ਪੈਰ ਆਪਣੇ ਕੋਲੋਂ 10,000 ਕੈਨੇਡੀਅਨ ਡਾਲਰ ਜਿਹੜਾ ਉਹ ਦੇਤਾ, ਜਿਹੜਾ ਉਹਨਾਂ ਦੇ ਹਿਸਾਬ ਨਾਲ 6,30,000 ਰੁਪਏ ਬਣਿਆ। ਔਰ ਇਹਦੇ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਕੁਝ ਲੋਕਾਂ ਨੇ ਮੇਰੇ ਨਾਲ ਵੀ ਗੱਲਾਂ ਕੀਤੀਆਂ ਕਿ ਅਸੀਂ ਵੀ ਮਦਦ ਕਰਨੀ ਚਾਹੁੰਦੇ ਹਾਂ। ਮੈਂ ਸਮਝਦਾ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਪਿਛਲਿਆਂ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਮਦਦ ਦੀਆਂ ਸਾਡੇ ਕੋਲ ਮਿਸਾਲਾਂ ਨੇ। ਜਦੋਂ ਕਰੋਨਾ ਵਾਇਰਸ ਦੇ ਦਿਨ ਸਨ, ਅਸੀਂ ਇੱਕ ਵਾਰੀ ਇਹੋ ਜਿਹੀ ਅਪੀਲ ਕੀਤੀ ਸੀ, ਗੁਰਪ੍ਰੀਤ ਸੰਧਾਵਾਲੀਆ ਤੇ ਮੈਂ ਦੋਵੇਂ ਜਣੇ ਪ੍ਰੋਗਰਾਮ ਕਰਦੇ ਪਏ ਸਾਂ। ਅਸੀਂ NRIs ਨੂੰ ਆਖਿਆ, ਮੁਸ਼ਕਿਲ ਤੁਹਾਡੇ ਵਾਸਤੇ ਵੀ ਆ, ਮੁਸ਼ਕਿਲ ਸਾਡੇ ਵਾਸਤੇ ਵੀ ਆ, ਪਰ ਇੱਥੇ ਕਈ ਲੋਕ ਇਹੋ ਜਿਹੇ ਅੜੇ ਥੋੜੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ, ਘਰਾਂ ਵਿੱਚ ਬੱਧੇ ਬੈਠੇ ਆ, ਬਾਹਰ ਕਿਤੇ ਜਾ ਨਹੀਂ ਸਕਦੇ। ਸਰਕਾਰਾਂ ਦੀ ਮਦਦ ਉਹਨਾਂ ਤੱਕ ਪੂਰੀ ਪਹੁੰਚਣੀ ਕਿ ਨਹੀਂ ਪਹੁੰਚਣੀ ਸਾਨੂੰ ਯਕੀਨ ਨਹੀਂ। ਜੇ ਹੋਵੇ ਤੇ ਮਦਦ ਕਰਿਓ। ਕੁਝ ਲੋਕਾਂ ਨੇ ਉੱਥੋਂ ਮਦਦ ਭੇਜੀ। ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਸਾਡੀ ਅਪੀਲ ਦੇ ਉੱਤੇ ਕੁਝ NRIs ਭਰਾਵਾਂ ਤੇ ਭੈਣਾਂ ਨੇ ਇੱਥੇ ਜਿਨ੍ਹਾਂ ਕੋਲ ਉਹਨਾਂ ਦੀ ਜ਼ਮੀਨ ਠੇਕੇ ਉੱਤੇ ਸੀ, ਉਹਨਾਂ ਨੂੰ ਕਹਿਤਾ ਕਿ ਜਿੰਨਾ ਚਿਰ ਤੱਕ ਕਰੋਨਾ ਵਾਇਰਸ ਦੀ ਮਾਰ ਪੈਂਦੀ ਆ, ਅਸੀਂ ਵੀ ਭੁਗਤਦੇ ਹਾਂ, ਤੁਸੀਂ ਵੀ ਭੁਗਤਦੇ ਹਾਂ। ਅਸੀਂ ਇਸ ਸਾਲ ਦਾ ਤੁਹਾਡੇ ਤੋਂ ਆਪਣੀ ਫਸਲ ਦਾ, ਆਪਣੀ ਜ਼ਮੀਨ ਦਾ ਠੇਕਾ ਨਹੀਂ ਲਵਾਂਗੇ। ਇੱਕ ਵਾਰੀ ਹੋਰ ਅਸੀਂ ਇੱਦਾਂ ਦੀ ਅਪੀਲ ਕੀਤੀ ਜਦੋਂ ਹੜ੍ਹ ਆਏ ਸਨ ਤੇ ਬਾਹਰੋਂ ਕਈ NRIs ਨੇ ਸਾਨੂੰ ਸੁਨੇਹੇ ਭੇਜੇ। ਉਹਨਾਂ ਦੇ ਫੋਨ ਸਾਡੇ ਕੋਲ ਆਉਂਦੇ ਰਹੇ ਕਿ ਅਸੀਂ ਆਪਣੇ ਜਿਹੜਾ ਕਿਸਾਨ ਹੈ, ਉਹਦਾ ਨਾਂ ਹੈ, ਉਹਦਾ ਨੰਬਰ ਹੈ, ਤੁਸੀਂ ਬਿਨਾਂ ਸ਼ੱਕ ਪੁੱਛ ਲਿਓ ਫੋਨ ਕਰਕੇ। ਅਸੀਂ ਉਹਨੂੰ ਇਹ ਕਹਿਤਾ ਕਿ ਹੜ੍ਹਾਂ ਦੇ ਵਿੱਚ ਤੁਹਾਡੀ ਫਸਲ ਮਾਰੀ ਗਈ ਹੈ, ਇਸ ਫਸਲ ਮਾਰੀ ਜਾਣ ਕਰਕੇ ਇਸ ਸਾਲ ਦਾ ਅਸੀਂ ਤੁਹਾਡੇ ਤੋਂ ਠੇਕਾ ਨਹੀਂ ਲਵਾਂਗੇ। ਇਸ ਵਾਰੀ ਜਦੋਂ ਬਹੁਤ ਰੌਲਾ ਪੈਂਦਾ ਸੀ ਦਿੱਲੀ ਤੱਕ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਤੇ ਦਿੱਲੀ ਤੱਕ ਜਾ ਕੇ ਪ੍ਰਦੂਸ਼ਣ ਫੈਲਦਾ, ਅਸੀਂ ਵੀ ਅਪੀਲਾਂ ਕੀਤੀਆਂ ਕਿ ਪਰਾਲੀ ਨਾ ਸਾੜੋ। ਇਹਦੇ ਵਿੱਚ ਸ਼ੁਰੂਆਤ ਕੀਤੀ ਇੱਕ ਸੱਜਣ ਨੇ, ਉਹਦੀ ਕੋਈ ਇੱਥੇ 40 ਏਕੜ ਦੇ ਕਰੀਬ ਪੈਲੀ ਹੈ ਜਿਹੜੀ ਠੇਕੇ ਉੱਤੇ ਦਿੱਤੀ ਹੋਈ ਸੀ। ਉਹਨੇ ਸਾਨੂੰ ਆਖਿਆ ਕਿ ਮੈਂ ਆਪਣੇ ਮਿੱਤਰ ਕਿਸਾਨ ਨੂੰ ਕਹਿਤਾ ਜਿਹਦੇ ਕੋਲ ਪੈਲੀ ਠੇਕੇ ਤੇ ਆ ਕਿ ਜੇ ਤੂੰ ਇਸ ਵਾਰੀ ਪਰਾਲੀ ਨਾ ਸਾੜੇ ਤੇ ਇਹਨਾਂ 40 ਏਕੜ ਦਾ ਜਿੰਨਾ ਠੇਕਾ ਬਣਦਾ, ਅੱਧਾ ਠੇਕਾ ਮੈਂ ਤੈਨੂੰ ਛੱਡ ਦਿੱਤਾ, ਜਾ ਮਜ਼ੇ ਕਰ, ਪਰ ਮੇਰੇ ਖੇਤ ਵਿੱਚ ਧਰਤੀ ਨੂੰ ਅੱਗ ਨਾ ਲਾਈ। ਅਸੀਂ ਇੱਥੇ ਦੱਸ ਦਿੱਤਾ। ਉਹਦੇ ਤੋਂ ਬਾਅਦ ਕਈ ਹੋਰ NRI ਭਰਾਵਾਂ ਤੇ ਭੈਣਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਉਹਨਾਂ ਆਖਿਆ ਕੋਈ ਗੱਲ ਨਹੀਂ, ਸਾਡਾ ਸਰ ਜਾਏਗਾ, ਜੇ 1,00,000 2 ਲੱਖ ਨਾ ਆਵੇਗਾ, ਜੇ 50,000 ਘੱਟ ਆ ਜਾਣਗੇ ਅਸੀਂ ਸਾਰ ਲਵਾਂਗੇ, ਪਰ ਤੁਸੀਂ ਪੰਜਾਬ ਨੂੰ ਬਚਾਓ। ਇਹ ਚੰਗਾ ਹੋਇਆ ਕਿ ਇਹੋ ਜਿਹੀ ਗੱਲ ਦਾ ਹੁੰਗਾਰਾ ਭਰਿਆ ਗਿਆ। ਪਰ ਮੈਂ ਇਹ ਸਾਰੀਆਂ ਗੱਲਾਂ ਜਦੋਂ ਦੱਸਦਾ, ਉਹਦੇ ਨਾਲ ਨਾਲ ਬਦਕਿਸਮਤੀ ਨਾਲ ਮੈਨੂੰ ਕਦੇ ਕਦਾਈ ਕੁਝ ਮਾੜੀਆਂ ਗੱਲਾਂ ਵੀ ਦੱਸਣੀਆਂ ਪੈਂਦੀਆਂ। ਸਾਡੇ ਪੰਜਾਬ ਦੇ ਵਿੱਚ ਮੈਂ ਹੁਣੇ ਦੱਸ ਕੇ ਹਟਿਆ ਕਿ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਕਿਸ ਤਰ੍ਹਾਂ ਚੱਲਦਾ ਪਿਆ, ਪੰਜਾਬ ਦਾ ਸ਼ਾਂਤੀ ਨਿਕੇਤਨ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਡਿੱਗਦਾ ਪਿਆ, ਡੁੱਬਦਾ ਪਿਆ ਕਾਲਜ, ਉੱਥੋਂ ਦੇ ਸਟਾਫ ਨੇ ਤੇ ਨਵੀਂ ਪ੍ਰਬੰਧਕ ਕਮੇਟੀ ਨੇ ਦੁਬਾਰਾ ਉਠਾਇਆ ਤੇ NRIs ਨੇ ਮਦਦ ਕਰਨੀ ਸ਼ੁਰੂ ਕੀਤੀ ਹੈ। ਮੈਂ ਕਹਾਂਗਾ ਤੁਸੀਂ ਵੀ ਜਿੱਥੇ ਜਿੱਥੇ ਹੋ ਬਾਹਰ ਬੈਠੇ ਕੁਛ ਨਾ ਕੁਛ ਜੇ ਆਪਣੇ ਇਲਾਕੇ 'ਚੋਂ ਜਿੱਥੋਂ ਪੰਜੀ ਦੁੱਕੀ ਦੇ ਟਕੇ ਦੀ ਫੀਸ ਦੇ ਕੇ ਸਕੂਲਾਂ ਕਾਲਜਾਂ 'ਚੋਂ ਪੜ੍ਹ ਕੇ ਗਏ ਹੋ, ਉਸ ਟਕੇ ਵਾਲੀ ਫੀਸ ਦਾ ਚੇਤਾ ਕਰੋ। ਉਹਨਾਂ ਤੱਪੜਾਂ ਤੇ ਬੋਰੀਆਂ ਦਾ ਚੇਤਾ ਕਰੋ ਜਿਨ੍ਹਾਂ ਦੇ ਉੱਤੇ ਬੈਠ ਕੇ ਤੁਸੀਂ ਪੜ੍ਹਦੇ ਰਹੇ।
ਜੇ ਤੁਸੀਂ ਕੁਝ ਕਰਦੇ ਰਹੇ ਆ ਤੇ ਹੁਣ ਵੀ ਜੇ ਕੁਝ ਕਰਨ ਜੋਗੇ ਆ ਤਾਂ ਉਹਨਾਂ ਦੀ ਮਦਦ ਕਰੋ, ਇਹ ਕਰਨੀ ਚਾਹੀਦੀ ਆ। ਪਰ ਬਦਕਿਸਮਤੀ ਵਾਲੀ ਗੱਲ ਇਹ ਆ ਕਿ ਜਿਨ੍ਹਾਂ ਦੇ ਹੱਥਾਂ ਵਿੱਚ ਇੱਥੇ ਕਮਾਂਡ ਆਉਂਦੀ ਆ ਰਾਜਨੀਤੀ ਦੀ, ਉਹ ਜੋ ਕੁਝ ਕਰਦੇ ਪਏ ਆ, ਪੰਜਾਬ ਦੇ ਵਿੱਚ ਐਜੂਕੇਸ਼ਨ ਦਾ, ਪੰਜਾਬ ਦੇ ਵਿੱਚ ਵਿਦਿਆ ਦਾ ਪੱਠਾ ਬੈਠਦਾ ਜਾ ਰਿਹਾ। ਕੋਈ 10-15 ਸਾਲ ਪਹਿਲਾਂ ਇੱਕ ਵਾਰੀ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕਰਮੀ ਸਕੀਮ ਸ਼ੁਰੂ ਕੀਤੀ ਕਿ ਜਿੱਥੇ ਟੀਚਰ ਲੱਗਾ ਹੋਵੇ ਤੇ ਉਹਨੂੰ 48 ਜਾਂ 50,000 ਰੁਪਇਆ ਤਨਖਾਹ ਮਿਲਦੀ ਸੀ, ਉੱਥੇ 8,000 ਰੁਪਏ ਮਹੀਨੇ ਦੇ ਉੱਤੇ ਸਿੱਖਿਆ ਕਰਮੀ ਰੱਖ ਲਿਆ। ਮੈਂ ਉਹਦੇ ਸਕੀਮ ਤੋਂ ਬਾਅਦ ਉਹਨਾਂ ਦਿਨਾਂ 'ਚ ਅਜੇ ਪ੍ਰਾਈਮ ਏਸ਼ੀਆ ਸ਼ੁਰੂ ਨਹੀਂ ਸੀ ਹੋਇਆ, ਮੈਂ ਸਰਕਾਰ ਦੇ ਦੂਰਦਰਸ਼ਨ TV ਤੇ ਆਖਿਆ ਸੀ, ਉਹ ਤੁਸੀਂ ਸਿੱਖਿਆ ਕਰਮੀ ਭਰਤੀ ਕਰ ਰਹੇ ਹੋ ਕਿ ਕਰਮਾਂ ਨੂੰ ਰੋਣ ਵਾਲਿਆਂ ਦੀ ਭਰਤੀ ਕਰ ਰਹੇ ਹੋ, ਜਿਨ੍ਹਾਂ ਨੂੰ ਬਕਾਇਦਾ ਇਸੇ ਕੰਮ ਦੇ 50,000 ਦੇ ਕਰੀਬ ਤਨਖਾਹ ਮਿਲਣੀ ਚਾਹੀਦੀ ਹੈ, ਤੁਸੀਂ 8,000 ਤੇ ਰੱਖ ਕੇ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ। ਉਹਦਾ ਨਤੀਜਾ ਇਹ ਨਿਕਲਿਆ ਸੀ ਕਿ ਕਈਆਂ ਥਾਵਾਂ ਤੇ ਜਿਹੜੇ ਪੱਕੇ ਲੱਗੇ ਟੀਚਰ ਸਨ, ਉਹਨਾਂ ਨੇ ਸਿੱਖਿਆ ਕਰਮੀਆਂ ਦੇ ਨਾਲ ਦੇ ਵਿਹਲੇ ਬੈਠੇ ਮੁੰਡੇ ਤੇ ਕੁੜੀਆਂ ਨੂੰ ਆਖਿਆ, ਉਹਨੂੰ ਸਰਕਾਰ 8,000 ਦਿੰਦੀ ਹੈ, ਮੈਂ ਤੈਨੂੰ 12,000 ਦਿਆ ਕਰੂੰਗਾ, ਮੇਰੀ ਥਾਂ ਦੇ ਉੱਤੇ ਸਕੂਲ ਵਿੱਚ ਜਾ ਕੇ ਤੂੰ ਬੱਚੇ ਪੜ੍ਹਾਇਆ ਕਰ। ਸਰਕਾਰ ਤੋਂ 50,000 ਲੈ ਕੇ ਉਹਦੇ ਵਿੱਚੋਂ 12,000 ਦੇ ਉੱਤੇ ਇੱਕ ਟੀਚਰ ਰੱਖ ਲਿਆ, ਘਰ ਬੈਠਿਆਂ 38,000 ਦੀ ਮੁਫਤ ਦੀ ਪੈਨਸ਼ਨ ਦੇਣੀ ਸ਼ੁਰੂ ਕਰ ਦਿੱਤੀ। ਇਹ ਵੀ ਕੰਮ ਪੰਜਾਬ ਵਿੱਚ ਹੁੰਦਾ ਰਿਹਾ, ਪਰ ਪੰਜਾਬ ਦੇ ਵਿੱਚ ਕਦੇ ਕਿਸੇ ਸਰਕਾਰ ਨੇ ਇਹੋ ਜਿਹੀਆਂ ਗੱਲਾਂ ਦੀ ਚਿੰਤਾ ਨਹੀਂ ਕੀਤੀ। ਸਾਰਾ ਕੁਝ ਉਹਨਾਂ ਦੇ ਸਾਹਮਣੇ ਹੁੰਦਾ ਪਿਆ ਸੀ। ਉਹ ਰੋਕਦੇ ਇਸ ਕਰਕੇ ਨਹੀਂ ਸੀ ਕਿ ਹੇਠਾਂ ਤੱਕ ਜੇ ਪਬਲਿਕ ਨੂੰ ਅਸੀਂ ਕਰਪਟ ਕਰ ਦਈਏ ਤੇ ਫਿਰ ਕੋਈ ਸਾਡੇ ਵੱਲ ਅੱਖ ਚੁੱਕ ਕੇ ਨਹੀਂ ਵੇਖੇਗਾ। ਜੇ ਅਸੀਂ ਸਾਰਿਆਂ ਨੂੰ ਇਹ ਆਖਾਂਗੇ ਨਹਿਰ ਤੋੜ ਕੇ ਆਪਣੇ ਖੇਤ ਭਰ ਲਈਦੇ ਆ, ਜੇ ਸਾਰਿਆਂ ਨੂੰ ਇਹ ਆਖਾਂਗੇ ਕਿ ਕੁੰਡੀ ਲਾ ਕੇ ਤੇ ਘਰਾਂ ਦੇ ਵਿੱਚ ਬਿਜਲੀ ਚਲਾ ਲਈਦੀ ਆ, ਜੇ ਸਾਰਿਆਂ ਨੂੰ ਇਹੋ ਜਿਹੀਆਂ ਛੋਟੀਆਂ ਗੱਲਾਂ ਦੀ ਆਦਤ ਪਾ ਦਿਆਂਗੇ ਤੇ ਸਰਕਾਰਾਂ ਚਲਾਉਣ ਵਾਲਿਆਂ ਦੇ ਭ੍ਰਿਸ਼ਟਾਚਾਰ ਬਾਰੇ ਕੋਈ ਉਂਗਲ ਨਹੀਂ ਉਠਾਵੇਗਾ। ਇਹ ਸਰਕਾਰਾਂ ਦੀ ਨੀਤੀ ਸੀ। ਉਹ ਨੀਤੀ ਚੱਲਦਿਆਂ ਪੰਜਾਬ ਦੇ ਕਾਲਜਾਂ ਦਾ ਬੇੜਾ ਡੋਬਣ ਤੱਕ ਆ ਗਈ। ਅਸੀਂ ਬੜਾ ਰੌਲਾ ਪਾ ਚੁੱਕੇ ਹਾਂ। ਪਿੱਛੇ ਜੇ ਇੱਕ ਕੁੜੀ ਨੇ ਖੁਦਕੁਸ਼ੀ ਕੀਤੀ ਸੀ, ਉਹ ਕਾਲਜ ਟੀਚਰ ਸਿਲੈਕਟ ਹੋਈ ਸੀ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜਦੋਂ ਸਾਰੀ ਨਿਕਲ ਗਈ ਤੇ ਸਿਰਫ ਪੂਛ ਰਹਿੰਦੀ ਸੀ। ਜ਼ਾਬਤਾ ਲੱਗਣ ਤੋਂ ਥੋੜੇ ਦਿਨ ਪਹਿਲਾਂ ਕਾਲੀ ਚ ਸਰਕਾਰ ਨੇ 1158 ਕਾਲਜ ਟੀਚਰ ਭਰਤੀ ਕੀਤੇ ਸਨ। ਉਹਨਾਂ ਦਾ ਕੇਸ ਨਵੀਂ ਸਰਕਾਰ ਆਉਣ ਤੱਕ ਹਾਈ ਕੋਰਟ ਵਿੱਚ ਚਲਾ ਗਿਆ। ਹਾਈ ਕੋਰਟ ਨੇ ਕਹਿ ਦਿੱਤਾ ਕਿ ਗਲਤ ਤਰੀਕੇ ਨਾਲ ਭਰਤੀ ਕੀਤੇ ਗਏ, ਇਹਨਾਂ ਨੂੰ ਕੱਢ ਦਿਓ। ਨਵੀਂ ਸਰਕਾਰ ਦੇ ਵਿੱਚੋਂ ਵੀ ਮੈਂ ਇਸ ਗੱਲ ਤੇ ਖੁਸ਼ ਨਹੀਂ, ਜਿਸ ਤਰ੍ਹਾਂ ਕੇਸ ਹੈਂਡਲ ਕਰਨਾ ਚਾਹੀਦਾ ਸੀ ਹਾਈ ਕੋਰਟ 'ਚ, ਸ਼ਾਇਦ ਉਹ ਨਹੀਂ ਕੀਤਾ ਜਾ ਸਕਿਆ। ਕੁਛ ਨਾ ਕੁਛ ਕਮੀਆਂ ਕਮਜ਼ੋਰੀਆਂ ਰਹਿ ਗਈਆਂ। ਉਹ ਸੰਘਰਸ਼ ਕਰਦੇ ਪਏ ਸਨ। ਉਹਨਾਂ 'ਚੋਂ ਇੱਕ ਕੁੜੀ ਜਿਹੜੀ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਪੜ੍ਹਾਉਂਦੀ, ਕਿੰਨਿਆਂ ਨੂੰ ਅਕਲ ਵੰਡਦੀ, ਉਹ ਇੱਥੋਂ ਦੁਨੀਆ ਤੋਂ ਤੁਰ ਗਈ। ਉਹਦਾ ਸਾਨੂੰ ਅਫਸੋਸ ਹੈ। ਪਰ ਉਸ ਇੱਕ ਦੀ ਗੱਲ ਕੀ ਕਰਾਂਗੇ ਜਿਹੜੀ ਸਰਕਾਰ ਇਹ ਕਰਕੇ ਗਈ ਸੀ। ਉਹਨਾਂ ਕਰਨ ਵਾਲਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਕੀਤਾ? ਉਹ ਕਹਿੰਦੇ ਜੀ ਸਾਡੇ ਤੋਂ ਗਲਤੀ ਹੋ ਗਈ ਤੇ ਨਵੀਂ ਸਰਕਾਰ ਸੁਧਾਰ ਲਵੇ। ਨਵੀਂ ਸਰਕਾਰ ਵਾਲਿਆਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਪਿਛਲੀ ਸਰਕਾਰ ਗਲਤ ਕਰਕੇ ਸਾਡੇ ਗਲ ਪਾ ਗਈ ਹੈ ਕਿ ਅਸੀਂ ਮਸਲਾ ਨਜਿੱਠੀ, ਅਸੀਂ ਇਹਨਾਂ ਬੱਚਿਆਂ ਨੂੰ ਕੀ ਦੇ ਦਈਏ, ਜਦੋਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਅਸੀਂ ਕੁਝ ਨਹੀਂ ਕਰ ਸਕਦੇ। ਉਹ ਬੱਚੇ ਰੋਂਦੇ ਰਹਿ ਗਏ ਸਨ। ਹੁਣ ਇੱਕ ਨਵਾਂ ਮਸਲਾ ਉੱਠ ਪਿਆ। ਕਈ ਸਾਲ ਪਹਿਲਾਂ ਸਰਕਾਰ ਨੇ ਇੱਕ ਸਕੀਮ ਦੇ ਵਿੱਚ ਕਾਲਜਾਂ ਦੇ ਵਿੱਚ ਟੀਚਰ ਭਰਤੀ ਕੀਤੇ। ਉਹ ਭਰਤੀ ਕਰਨ ਲੱਗਿਆਂ ਕਹਿ ਦਿੱਤਾ ਗਿਆ ਕਿ 3 ਸਾਲ ਬਾਅਦ ਇਹ ਕੰਟਰੈਕਟ ਵਾਲੇ ਜਿਹੜੇ ਪੱਕੇ ਕਰ ਦਿੱਤੇ ਜਾਣਗੇ। ਪਰ ਜਿਹੜੀ ਐਡ ਦਿੱਤੀ ਗਈ ਉਹਦੇ ਵਿੱਚ ਇੱਕ ਤਕਨੀਕੀ ਖਾਮੀ ਕਹਿੰਦੇ ਰਹਿ ਗਈ, ਉਹਦੇ ਵਿੱਚ ਕੁਝ ਨੁਕਸ ਰਹਿ ਗਿਆ। ਉਹਦੇ ਤੋਂ ਬਾਅਦ ਉਹ ਪਿਛਲੀਆਂ 2 ਸਰਕਾਰਾਂ ਉਹਨਾਂ ਵਿੱਚੋਂ ਸ਼ਾਇਦ 1130 ਦੇ ਕਰੀਬ ਕਾਲਜ ਟੀਚਰਾਂ ਨੂੰ ਭਰਤੀ ਕਰਕੇ ਤੁਰ ਗਈਆਂ। ਹੁਣ ਵਾਲੀ ਸਰਕਾਰ ਆਈ, ਇਹਨਾਂ ਆਖਿਆ ਜਿੱਦਾਂ ਉਹਨਾਂ 3-3 ਸਾਲ ਹੋਏ ਸੀ ਉਹਨਾਂ ਨੂੰ ਰੈਗੂਲਰ ਕਰ ਦਿੱਤਾ, ਅਸੀਂ ਵੀ ਕਰ ਦਈਏ। 140 ਇਹਨਾਂ ਨੇ ਕਰ ਦਿੱਤੇ। ਮੇਰੇ ਕੋਲ ਜਿਹੜੀ ਜਾਣਕਾਰੀ ਪੁੱਜੀ ਹੈ, ਮੈਂ ਨਹੀਂ ਜਾਣਦਾ ਉਹ ਕਿੰਨੀ ਠੀਕ ਹੈ ਕਿੰਨੀ ਗਲਤ ਹੈ। ਉਹਦੇ ਵਿੱਚ ਹੋ ਸਕਦਾ ਕੋਈ ਨੁਕਸ ਵੀ ਹੋਵੇ। ਪਤਾ ਇਹ ਲੱਗਾ ਕਿ 140 ਦੇ ਕੇਸ ਨੂੰ ਚੈਲੰਜ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਕਹਿ ਦਿੱਤਾ ਗਲਤ ਹੈ, ਇਸ ਤਰ੍ਹਾਂ ਹੋ ਨਹੀਂ ਸਕਦੇ। ਜਦੋਂ ਉਹਨਾਂ 140 ਨੂੰ 1 ਮਹੀਨੇ ਦੇ ਅੰਦਰ ਹੀ ਉਹ ਰੈਗੂਲਰ ਕੀਤਿਆਂ ਨੂੰ ਰੋਕ ਦਿੱਤਾ ਗਿਆ ਤੇ ਉਹਦੇ ਤੋਂ ਬਾਅਦ ਦੂਜਾ ਸਵਾਲ ਉੱਠ ਪਿਆ ਕਿ ਜੇ ਇਹ ਰੋਕ ਦਿੱਤੇ ਆ ਤੇ ਜਿਹੜੇ ਪਹਿਲੇ 1130 ਆ ਇਹ ਕੁੱਲ ਰਲਾ ਕੇ 1270 ਬਣਦੇ ਆ। ਉਹ ਜਿਹੜੇ ਪਹਿਲੇ 1130 ਆ ਉਹ ਵੀ ਤੇ ਇਸੇ ਤਰ੍ਹਾਂ ਹੀ ਸੀ। ਹੁਣ ਪਤਾ ਲੱਗਾ ਕਿ ਉਹਨਾਂ ਦੀ ਵੀ ਰੈਗੂਲਰ ਵਾਲੀ ਪੋਸਟ ਖਤਰੇ ਵਿੱਚ ਹੈ। ਹੁਣ ਇਹ ਕਰਦਾ ਕੌਣ ਹੈ? ਕਰਦੇ ਲੀਡਰ ਤੇ ਭਰਦੇ ਲੋਕ ਹੈ। ਗਲਤੀਆਂ ਸਰਕਾਰਾਂ ਤੋਂ ਹੁੰਦੀਆਂ, ਗਲਤੀਆਂ ਕਾਲਜਾਂ ਨੂੰ ਚਲਾਉਣ ਵਾਲੀ ਮੈਨੇਜਮੈਂਟ ਤੋਂ ਹੁੰਦੀਆਂ, ਗਲਤੀਆਂ ਯੂਨੀਵਰਸਿਟੀਆਂ ਤੋਂ ਹੁੰਦੀਆਂ ਨੇ ਤੇ ਨਤੀਜਾ ਕੌਣ ਭੁਗਤਦਾ? ਸਾਡੇ ਤੁਹਾਡੇ ਲੋਕ ਭੁਗਤਦੇ ਆ। ਲੋਕਾਂ ਦੇ ਉਹ ਬੱਚੇ ਭੁਗਤਦੇ ਆ ਜਿਹੜੇ ਬੱਚਿਆਂ ਨੂੰ ਅੱਗੋਂ ਜਾ ਕੇ ਪੜ੍ਹ ਲਿਖ ਕੇ
ਤੇ ਲੋਕਾਂ ਦੇ ਦੂਸਰੇ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣਾ। ਜੇ ਕਾਲਜਾਂ ਦੇ ਵਿੱਚ ਬੈਠਿਆਂ ਉਹ ਹਰ ਵਕਤ ਮੱਥਾ ਫੜ ਕੇ ਰੋਂਦੇ ਰਹਿਣਗੇ ਕਿ ਅੱਜ ਅਸੀਂ ਕੱਚੇ ਹਾਂ, ਭਲਕੇ ਅਸੀਂ ਪੱਕੇ ਹਾਂ, ਪਰਸੋਂ ਅਸੀਂ ਫਿਰ ਕੱਚੇ ਹੋ ਜਾਣਾ, ਕੱਚੀ ਤੰਦ ਨਾਲ ਲਟਕਦੇ ਪਤਾ ਨਹੀਂ ਸਾਡਾ ਭਵਿੱਖ ਕੀ ਹੈ, ਤੇ ਉਹ ਪੜ੍ਹਾਉਣਗੇ ਕੀ। ਮੈਂ ਸਮਝਦਾ ਇਸ ਮਸਲੇ 'ਚ ਕੋਈ ਨਾ ਕੋਈ ਹੱਲ ਕੱਢਿਆ ਜਾਣਾ ਚਾਹੀਦਾ। ਸਰਕਾਰਾਂ ਨੂੰ, ਮੈਨੇਜਮੈਂਟਾਂ ਨੂੰ ਰਲ ਕੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਜਿਹੜਾ ਅਜੇ ਤੱਕ ਨਿਕਲ ਨਹੀਂ ਰਿਹਾ। ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ ਧਾਂਦਲੀਆਂ ਵੀ ਹੁੰਦੀਆਂ ਨੇ, ਬਹੁਤ ਕੁਛ ਆ। ਔਰ ਫਿਰੋਜ਼ਪੁਰ ਦੇ ਇੱਕ ਕਾਲਜ ਵਿੱਚੋਂ ਜਿਸ ਤਰ੍ਹਾਂ 3 ਪ੍ਰੋਫੈਸਰ ਕੱਢੇ ਗਏ ਤੇ ਲੰਮੇ ਸੰਘਰਸ਼ ਤੋਂ ਬਾਅਦ ਰੱਖਣੇ ਪਏ, ਉਹਦੇ ਤੋਂ ਬਾਅਦ ਵੀ ਜੇ ਅਜੇ ਕੋਈ ਸਬਕ ਨਹੀਂ ਸਿੱਖਦਾ ਤੇ ਕੁਛ ਕਿਹਾ ਨਹੀਂ ਜਾ ਸਕਦਾ। ਮੈਂ ਸਮਝਦਾ ਕਿ ਇਹਦੇ 'ਚ ਕੁਝ ਨਾ ਕੁਝ ਕਰਨ ਦੀ ਲੋੜ ਆ। ਮੈਨੂੰ ਨਹੀਂ ਪਤਾ ਕਿ ਕਾਨੂੰਨੀ ਤੌਰ ਤੇ ਕੀ ਪੋਜੀਸ਼ਨ ਆ, ਪਰ ਇਹਨਾਂ ਬੱਚਿਆਂ ਦਾ ਭਵਿੱਖ ਲੀਡਰਾਂ ਦਾ ਕਰਕੇ ਰੋਲਿਆ ਜਾ ਰਿਹਾ। ਇਹਨਾਂ ਰੁਲਦੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਤਾਂ ਕਿ ਕਿਸੇ ਦੇ ਮਨ ਵਿੱਚ ਕੱਲ੍ਹ ਨੂੰ ਕੋਈ ਮਾੜਾ ਖਿਆਲ ਨਾ ਆ ਜਾਵੇ। ਇਹਦੇ ਤੋਂ ਹਟ ਕੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਵੀ ਇਹ ਸਾਡੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਇੱਕ ਵਾਰੀ ਤੇ ਰਵੀ ਸਿੱਧੂ ਦੇ ਵੇਲੇ ਰੌਲਾ ਪਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਖਿਆ ਸੀ ਇਮਾਨਦਾਰੀ ਨਾਲ ਅੱਗੇ ਤੋਂ ਭਰਤੀਆਂ ਹੋਣਗੀਆਂ ਅਫਸਰਾਂ ਦੀਆਂ। ਅਮਰਿੰਦਰ ਸਿੰਘ ਹੋਰੀ ਜਿਨ੍ਹਾਂ ਨੂੰ ਭਰਤੀ ਕਰਕੇ ਗਏ ਸਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ 'ਚ, ਆ ਕੱਲ੍ਹ ਦਾ ਪਤਾ ਲੱਗ ਹੀ ਗਿਆ ਉਹਨਾਂ 'ਚੋਂ ਸਤਵੰਤ ਸਿੰਘ ਮੋਹੀ ਫੜਿਆ ਗਿਆ ਤੇ ਬਾਕੀ ਪਤਾ ਨਹੀਂ ਕੌਣ ਫੜੇ ਜਾਣੇ ਆ। ਡਾਕਟਰਾਂ ਦੀ ਭਰਤੀ 'ਚ ਭ੍ਰਿਸ਼ਟਾਚਾਰ ਕੀਤਾ। ਉਸ ਪਬਲਿਕ ਸਰਵਿਸ ਕਮਿਸ਼ਨ ਦੇ ਭ੍ਰਿਸ਼ਟਾਚਾਰ 'ਚ ਦੋਵਾਂ ਸਰਕਾਰਾਂ ਦੇ ਚਹੇਤੇ ਸਨ। ਮੈਂ ਇਹਦੇ ਤੋਂ ਬਾਅਦ ਹੁਣ ਵਾਲੀ ਸਰਕਾਰ ਨੂੰ ਆਖੂੰਗਾ ਉਹ ਪਿਛਲੀਆਂ ਦੀਆਂ ਗੱਲਾਂ ਤੋਂ, ਉਹਨਾਂ ਦੀਆਂ ਗਲਤੀਆਂ ਤੋਂ ਸਬਕ ਸਿੱਖ ਲਓ। ਜੇ ਤੁਸੀਂ ਵੀ ਇਹੋ ਕੁਝ ਕੀਤਾ ਤੇ ਕੱਲ੍ਹ ਨੂੰ ਤੁਹਾਡੇ ਬਾਰੇ ਵੀ ਲੋਕਾਂ ਦੇ ਵਿੱਚ ਇਹ ਗੱਲਾਂ ਚੱਲਣੀਆਂ। ਮੁਆਫ ਕਰਨਾ, ਇਦਾਂ ਦੇ ਚਰਚੇ ਹੋਣ ਲੱਗ ਪਿਆ ਕਿ ਫਲਾਨਾ ਮਾਇਆ ਦਾ ਪੁਜਾਰੀ ਬਣ ਗਿਆ। ਉਹਦੇ ਤੋਂ ਥੋੜ੍ਹਾ ਜਿਹਾ ਬਚਿਓ। ਇਹਦੇ ਤੋਂ ਹਟ ਕੇ ਮੈਂ ਹੁਣ ਇੱਕ ਹੋਰ ਗੱਲ ਕਰਨੀ ਚਾਹੁੰਦਾ, ਉਹ ਕਿਸਾਨ ਲੀਡਰਾਂ ਬਾਰੇ ਆ। ਕਿਸਾਨ ਲੀਡਰੋ, ਤੁਸੀਂ ਬਹੁਤ ਵੱਡੀ ਲੜਾਈ ਲੜੀ ਤੇ ਜਿੱਤ ਕੇ ਆਏ। ਜਿੱਤਣ ਤੋਂ ਬਾਅਦ ਤੁਸੀਂ ਉਹ ਸਾਰਾ ਕੁਝ ਗਵਾ ਲਿਆ। ਤੁਸੀਂ ਏਕਾ ਰੱਖਦੇ, ਉਹਨੂੰ ਲਾਗੂ ਕਰਾ ਲੈਂਦੇ। ਜਿਨ੍ਹਾਂ ਨੂੰ ਤੁਸੀਂ ਹਰਾ ਕੇ ਆਏ ਸੀ ਉਹਨਾਂ ਨੇ ਬਾਅਦ 'ਚ ਲਾਗੂ ਕਰਨ ਦੀ ਲੋੜ ਨਹੀਂ ਸਮਝੀ। ਇਸ ਕਰਕੇ ਲੋੜ ਨਹੀਂ ਸਮਝੀ ਕਿਉਂਕਿ ਤੁਸੀਂ ਆਪੋ ਵਿੱਚ ਪਾਟ ਗਏ। ਤੁਹਾਡੇ ਪਾਟਕ ਦਾ ਨਤੀਜਾ ਪੰਜਾਬ ਵਿੱਚ ਕੀ ਨਿਕਲਿਆ, ਕੀ ਨਿਕਲਦਾ ਪਿਆ ਤੇ ਕਿਉਂ ਨਿਕਲਿਆ। ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਹਿਮਾਚਲ ਪ੍ਰਦੇਸ਼ ਦੀ ਕਹਾਣੀ ਦੱਸ ਦਿਆਂ। ਜਿਹੜੀ ਵੱਡੀ ਕੰਪਨੀ, ਵੱਡੇ ਘਰਾਣੇ ਦੇ ਖਿਲਾਫ ਤੁਸੀਂ ਲੜਦੇ ਆਏ ਹੋ, ਉਸ ਘਰਾਣੇ ਵਾਲਿਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸੇਬਾਂ ਵਾਲੇ ਕਿਸਾਨਾਂ ਨੂੰ ਆਖਿਆ ਸੀ ਤੁਹਾਡੀ ਸਾਰੀ ਫਸਲ ਅਸੀਂ ਖਰੀਦਿਆ ਕਰਾਂਗੇ। ਉਹਨਾਂ ਨੂੰ ਭਾਅ ਵੀ ਬਹੁਤ ਦਿੱਤਾ। 2 ਸਾਲ ਉਹਨਾਂ ਨੂੰ ਆਖਿਆ ਤੁਹਾਡੇ ਖੇਤਾਂ ਵਿੱਚੋਂ ਸਾਰੀ ਫਸਲ ਅਸੀਂ ਸਿੱਧੀ ਚੁੱਕਾਂਗੇ। ਮੰਡੀਆਂ 'ਚ ਬੈਠੇ ਆੜ੍ਹਤੀਏ ਜਿਹੜੇ ਸੀ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ। 3 ਸਾਲ ਤੱਕ ਜਦੋਂ ਵੇਖਿਆ ਕਿ ਹੁਣ ਇਹਨਾਂ ਦਾ ਸੇਬ ਖਰੀਦਣ ਵਾਲਾ ਵਪਾਰੀ ਨਹੀਂ ਰਿਹਾ, ਇੱਕਦਮ ਰੇਟ ਦੇਖ ਕੇ ਅੱਧ ਤੇ ਲੈ ਆਂਦਾ। ਉਹ ਆਪਣਾ ਚੁੱਕ ਕੇ ਮੰਡੀ 'ਚ ਗਏ ਵੀ ਉੱਥੇ ਵੱਧ ਰੇਟ ਤੇ ਵਿਕ ਜਾਵੇਗਾ ਤੇ ਉਸੇ ਕਾਰਪੋਰੇਸ਼ਨ ਨੇ ਸਾਰਾ ਸੇਬ ਲਿਆ ਕੇ ਮੰਡੀਆਂ 'ਚ ਸੁੱਟ ਕੇ ਰੇਟ ਇੰਨਾ ਡੇਗਤਾ ਕਿ ਉਹ ਕਿਸਾਨਾਂ ਦੀਆਂ ਚੀਕਾਂ ਨਿਕਲ ਗਈਆਂ ਸਨ। ਪਿਛਲੇ ਸਾਲ ਵੱਡੇ ਸੀਲੋ ਪਲਾਂਟਾਂ 'ਚ ਆਮ ਲੋਕਾਂ ਨੇ ਤੇ ਜਾ ਕੇ ਆਪਣੀ ਫਸਲ ਢੇਰੀ ਕਰਨੀ ਸੀ। ਜਰਾ ਪਤਾ ਤੇ ਕਰੋ ਤੁਹਾਡੇ ਕਿੰਨੇ ਕਿਸਾਨ ਲੀਡਰ ਸਨ ਜਿਨ੍ਹਾਂ ਦੀਆਂ ਟਰਾਲੀਆਂ ਉੱਥੇ ਗਈਆਂ ਨੇ। ਜਾਂਦੇ ਸੀ ਟਰਾਲੀ ਟੋਕ ਕਰਕੇ ਸਿੱਧੀ ਦੀ ਸਿੱਧੀ ਉਲਟਾ ਕੇ ਆ ਜਾਂਦੇ, ਪੈਸੇ ਵੀ ਖੜੇ ਪੈਰ ਮਿਲ ਜਾਂਦੇ ਸੀ। ਖੁਸ਼ ਤੁਸੀਂ ਬੜੇ ਹੋਏ ਹੋ। ਇਸ ਸਾਲ ਵੀ ਖੁਸ਼ ਹੋ ਜਿਓ, ਅਗਲੇ ਸਾਲ ਵੀ ਖੁਸ਼ ਹੋ ਜਿਓ, ਚੌਥੇ ਸਾਲ ਤੱਕ ਤੇ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ। ਅਜੇ ਤੁਸੀਂ ਇਹਦੇ ਉੱਤੇ ਵੀ ਰੋਵੋਗੇ। ਔਰ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ। ਮੈਨੂੰ ਗੁਰਦਾਸਪੁਰ ਦੇ ਪੋਲਟਰੀ ਫਾਰਮਾਂ ਵਾਲਿਆਂ ਨੇ ਦੱਸਿਆ ਉਹ ਕਿਹੜੀ ਮੁਸੀਬਤ ਵਿੱਚ ਫਸੇ ਨੇ। ਇੱਕ ਕਾਰਪੋਰੇਸ਼ਨ ਹੈ ਦੱਖਣੀ ਭਾਰਤ ਦੀ, ਉਹਨੇ ਸਾਰਿਆਂ ਦੇ ਨਾਲ ਇੱਕ ਤਰੀਕਾ ਵਰਤ ਲਿਆ ਕਿ ਤੁਹਾਡਾ ਪੋਲਟਰੀ ਦਾ ਸਾਰਾ ਮਾਲ ਅਸੀਂ ਲਵਾਂਗੇ। 2-3 ਸਾਲ ਚੰਗੇ ਪੈਸੇ ਦਿੱਤੇ ਆ। ਹੁਣ ਉਹ ਇੰਨੇ ਘੱਟ ਪੈਸੇ ਦਿੰਦੇ ਆ ਜਿਹਦੇ ਨਾਲ ਮੁਰਗੀਆਂ ਦੀ ਬ੍ਰਾਇਲਰ ਦੀ ਖੁਰਾਕ ਦੇ ਪੈਸੇ ਵੀ ਪੂਰੇ ਨਹੀਂ ਹੁੰਦੇ। ਜੇ ਇਹ ਕਹਿੰਦੇ ਆ ਕਿ ਅਸੀਂ ਮੰਡੀ 'ਚ ਬਾਹਰ ਦਾ ਬਾਹਰ ਵੇਚ ਲੈਂਦੇ, ਬਾਹਰ ਵੱਧ ਰੇਟ ਹੈ, ਤੇ ਜਦੋਂ ਇਹ ਬਾਹਰ ਵੇਚਣ ਦਾ ਫੈਸਲਾ ਕਰਦੇ ਨੇ ਪੋਲਟਰੀ ਫਾਰਮਾਂ ਵਾਲੇ ਤੇ ਉਹ ਕਾਰਪੋਰੇਸ਼ਨ ਆਪਣਾ ਮਾਲ ਸੁੱਟ ਕੇ ਤੇ ਉੱਥੇ ਰੇਟ ਡੇਗ ਦਿੰਦੀ ਹੈ। ਉਹ ਜਦੋਂ ਰੇਟ ਡੇਗ ਦਿੰਦੀ ਇਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ। ਇਹ ਜਿੱਦਾਂ ਹਿਮਾਚਲ ਪ੍ਰਦੇਸ਼ ਦੇ ਸੇਬਾਂ ਵਾਲਿਆਂ ਦੀਆਂ ਚੀਕਾਂ ਨਿਕਲੀਆਂ ਸਨ, ਜਿੱਦਾਂ ਗੁਰਦਾਸਪੁਰ ਦੇ ਪੋਲਟਰੀ ਫਾਰਮਾਂ ਵਾਲਿਆਂ ਦੀਆਂ ਤੇ ਪੰਜਾਬ ਵਿੱਚ ਹੋਰ ਪੋਲਟਰੀ ਫਾਰਮਾਂ ਵਾਲਿਆਂ ਦੀਆਂ ਚੀਕਾਂ ਨਿਕਲਦੀਆਂ ਪਈਆਂ। ਜੇ ਤੁਹਾਡੀਆਂ ਚੀਕਾਂ ਨਿਕਲਦੀਆਂ ਤੁਸੀਂ ਨਹੀਂ ਸੁਣਨਾ ਚਾਹੁੰਦੇ, ਆਪਣੇ ਬੱਚਿਆਂ ਨੂੰ ਸੁਣਾ ਕੇ ਦੁਖੀ ਨਹੀਂ ਕਰਨਾ ਚਾਹੁੰਦੇ, ਤੇ ਆ ਜਿਹੜੇ ਤੁਹਾਡਾ ਪਾਟਕ ਝੀਟਕ ਹੋ ਰਿਹਾ, ਅੱਡੋ ਪਾਟੀ ਤੁਰੇ ਫਿਰਦੇ ਹੋ, ਜਰਾ ਕਿਸੇ ਦਿਨ ਠੰਡੇ ਪਾਣੀ ਸਿਰ 'ਚ ਪਾ ਕੇ ਸੋਚਿਓ, ਇੱਕ ਦੂਸਰੇ ਦੇ ਨੇੜੇ ਆਉਣ ਦਾ ਯਤਨ ਕਰਿਓ। ਆਪਣੀ ਕੀਤੀ ਹੋਈ ਮਿਹਨਤ ਤੁਸੀਂ ਗਵਾਲਣ ਲੱਗੇ ਹੋ। 2 ਗੱਲਾਂ ਮੈਂ ਜਾਂਦਿਆਂ ਇੱਦਾਂ ਦੀਆਂ ਹੋਰ ਕਰਨੀਆਂ ਜਿਨ੍ਹਾਂ 'ਚੋਂ ਇੱਕ ਦਾ ਸਿੱਧਾ ਸਿਆਸਤ ਨਾਲ ਸੰਬੰਧ ਹੈ ਤੇ ਇੱਕ ਦਾ ਨਹੀਂ। ਜਿਹਦਾ ਨਹੀਂ ਉਹ ਸਾਡੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ।
ਸਰਦਾਰ ਬਲਦੇਵ ਸਿੰਘ ਸਿਰਸਾ ਕਈ ਸਾਲਾਂ ਤੋਂ ਲਗਾਤਾਰ ਮੁੜ ਕੇ ਕਹਿੰਦਾ ਹੈ, ਇਤਿਹਾਸ ਦੀਆਂ ਕਿਤਾਬਾਂ ਖਾਸ ਕਰਕੇ ਜਿਹੜੀਆਂ ਹਿੰਦੀ ਵਿੱਚ ਛਾਪੀਆਂ ਗਈਆਂ ਕਿਤਾਬਾਂ ਉਹਨਾਂ 'ਚ ਗੁਰੂ ਸਾਹਿਬ ਦੇ ਬਾਰੇ 'ਚ ਉਹ ਕੁਝ ਲਿਖਿਆ ਜਿਹੜਾ ਪੜ੍ਹਿਆ ਨਹੀਂ ਜਾ ਸਕਦਾ। ਇੱਦਾਂ ਦੀਆਂ ਘਟੀਆਂ ਗੱਲਾਂ ਲਿਖੀਆਂ ਗਈਆਂ ਨੇ ਜਿਹੜੀਆਂ ਪੜ੍ਹ ਕੇ ਬੰਦਾ ਕੋਈ ਵੀ ਭੜਕ ਸਕਦਾ। ਉਹ ਕਿਤਾਬਾਂ ਦੇ ਵਿੱਚ ਲਿਖੀਆਂ ਜਾਣ ਦੇ ਬਾਵਜੂਦ ਇਕੱਲਾ ਬਲਦੇਵ ਸਿੰਘ ਸਿਰਸਾ ਮੁੜ ਕੇ ਆਵਾਜ਼ ਉਠਾਉਂਦਾ ਰਹੇ। ਇਹੋ ਜਿਹੇ ਮਸਲਿਆਂ ਦੇ ਉੱਤੇ ਕਿਤੇ ਨਾ ਕਿਤੇ ਵਿਚਾਰ ਹੋਣੀ ਚਾਹੀਦੀ ਹੈ ਕਿ ਸ਼ਰਾਰਤਾਂ ਕੌਣ ਕਰਦਾ ਪਿਆ। ਤੇ ਅਖੀਰਲੀ ਗੱਲ ਮੈਂ ਇਹ ਕਰਨੀ ਆ ਕਿ ਪਿਛਲੀਆਂ ਦਿਨਾਂ ਦੇ ਵਿੱਚ ਬੜੀ ਚਰਚਾ ਚੱਲਦੀ ਰਹੀ ਕਿ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਦੇ ਲੀਡਰ ਕਹਿੰਦੇ ਆ ਕਾਂਗਰਸ ਮੁਕਤ ਭਾਰਤ ਚਾਹੀਦਾ। ਫਿਰ ਕਿਹਾ ਜਾਣ ਲੱਗ ਪਿਆ ਕਿ ਉਹ ਕਾਂਗਰਸ ਮੁਕਤ ਭਾਰਤ ਨਹੀਂ, ਕਾਂਗਰਸ ਮੁਕਤ ਪਾਰਲੀਮੈਂਟ ਚਾਹੁੰਦੇ ਆ। ਮਗਰੋਂ ਇਹ ਗੱਲ ਚੱਲਣ ਲੱਗ ਪਈ ਕਿ ਜਿਸ ਤਰ੍ਹਾਂ ਸਸਪੈਂਸ਼ਨਾਂ ਹੋਈਆਂ ਨੇ, ਕਈ ਮੈਂਬਰ ਸਸਪੈਂਡ ਕੀਤੇ ਗਏ, ਉਹ ਸ਼ਾਇਦ ਵਿਰੋਧੀ ਧਿਰ ਆਪੋਜੀਸ਼ਨ ਮੁਕਤ ਪਾਰਲੀਮੈਂਟ ਚਾਹੁੰਦੇ ਆ। ਕੱਲ ਕਿਸੇ ਨੇ ਇਹ ਕਹਿਤਾ ਸੀ ਨਹੀਂ ਜੀ ਉਹ ਮੁਸਲਿਮ ਸਮਾਜ ਮੁਕਤ ਚਾਹੁੰਦੇ। ਮੈਨੂੰ ਇਹਨਾਂ ਗੱਲਾਂ 'ਚ ਕੋਈ ਮਤਲਬ ਨਹੀਂ। ਮੈਂ ਇੱਕ ਗੱਲ ਸਿਰਫ ਕਹਿਣੀ ਚਾਹੁੰਦਾ, ਅੱਜ ਰਾਜਸਥਾਨ ਦੀ ਵਿਧਾਨ ਸਭਾ ਦੇ ਵਿੱਚ ਡੀਡਵਾਨਾ ਹਲਕੇ ਦੇ MLA ਯੂਨਸ ਖਾਨ ਨੇ ਸਹੁੰ ਚੁੱਕੀ ਹੈ। ਉਹਦਾ ਕੇਸ ਵੱਖਰਾ ਇਸ ਕਰਕੇ ਹੈ ਕਿ ਮੁਸਲਮਾਨ ਹੈ, ਦੂਸਰੀ ਜਾਂ ਤੀਸਰੀ ਵਾਰੀ ਉਹ ਹੁਣ ਤੱਕ ਕੋਈ ਚੋਣ ਜਿੱਤਿਆ। ਉਹ ਵਸੁੰਧਰਾ ਰਾਜੇ ਦੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕਾ ਤੇ ਸਹੁੰ ਉਹਨੇ ਸੰਸਕ੍ਰਿਤ ਵਿੱਚ ਚੁੱਕੀ ਹੈ। ਸਾਰੇ ਇਸ ਗੱਲ ਤੋਂ ਹੈਰਾਨ ਹੈ। ਉਹ BJP ਨਾਲ ਪੁਰਾਣਾ ਜੁੜਿਆ ਹੋਇਆ ਸੀ। ਜਦੋਂ ਉਹਨੇ 2013 ਦੀ ਚੋਣ ਜਿੱਤੀ ਉਦੋਂ ਉਹਨੂੰ ਵਸੁੰਧਰਾ ਰਾਜੇ ਦੀ ਸਰਕਾਰ 'ਚ ਮੰਤਰੀ ਬਣਾਇਆ ਗਿਆ। 2018 'ਚ ਸਿਰਫ ਇਸ ਕਰਕੇ ਕਿ ਗਲੋਂ ਲੱਥ ਜਾਵੇ ਉਹਨੂੰ ਸਚਿਨ ਪਾਇਲਟ ਦੇ ਮੁਕਾਬਲੇ ਖੜਾ ਕਰਤਾ। ਉਹਦੀ ਸੀਟ ਕਿਸੇ ਹੋਰ ਨੂੰ ਦੇ ਦਿੱਤੀ ਗਈ, ਉਹ ਹਾਰ ਗਿਆ। ਇਸ ਵਾਰੀ ਫਿਰ ਉਹਨੇ ਆਖਿਆ ਮੇਰੀ ਸੀਟ ਮੈਨੂੰ ਦਿਓ, ਉਹਨੂੰ ਸੀਟ ਨਹੀਂ ਦਿੱਤੀ ਗਈ। ਉਹ ਆਪਣੀ ਰਵਾਇਤੀ ਸੀਟ ਡੀਡਵਾਨਾ ਤੇ ਜਾ ਕੇ ਖਲੋ ਗਿਆ। ਕਾਲੀ ਮਾਤਾ ਮੰਦਿਰ 'ਚ ਮੱਥਾ ਟੇਕ ਕੇ ਤੁਰ ਪਿਆ। ਹਿੰਦੂ ਤੇ ਮੁਸਲਮਾਨ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਆਖਿਆ ਸਾਨੂੰ ਇਹਦੇ ਨਾਲੋਂ ਵੱਧ ਕੋਈ ਪਰਵਾਹ ਨਹੀਂ, ਸਾਰੇ ਉਹਦੇ ਨਾਲ ਤੁਰ ਪਏ। ਨਤੀਜਾ ਇਹ ਨਿਕਲਿਆ ਕਿ ਉਹ ਆਜ਼ਾਦ ਜਿੱਤ ਗਿਆ। ਉਹਨੂੰ 71,000 ਵੋਟਾਂ ਪਈਆਂ ਨੇ, ਕਾਂਗਰਸੀ ਨੂੰ 68,500 ਪਈਆਂ ਨੇ ਤੇ ਜਿਹੜੀ ਭਾਜਪਾ ਨੇ ਉਹ ਤੋਂ ਸੀਟ ਖੋਈ ਸੀ ਉਹਨਾਂ ਦਾ ਉਮੀਦਵਾਰ ਤੀਸਰੇ ਥਾਂ ਗਿਆ। 49,000 ਵੋਟਾਂ ਉਹਨੂੰ ਪਈਆਂ ਨੇ। ਉਹ ਬੰਦਾ ਭਾਜਪਾ ਦੇ ਨਾਲ ਇੰਨਾ ਨੇੜ ਰੱਖਦਾ ਸੀ ਕਿ ਉਹਨੇ ਸਹੁੰ ਵੀ ਚੁੱਕੀ ਹੈ ਤੇ ਸੰਸਕ੍ਰਿਤ ਵਿੱਚ ਚੁੱਕੀ ਹੈ। ਅਜੇ ਵੀ ਇਹੋ ਜਿਹੇ ਲੋਕ ਹੈਗੇ ਨੇ ਇੱਥੇ ਜਿਹੜੇ ਨਾ ਸੰਸਕ੍ਰਿਤ ਨੂੰ, ਨਾ ਉਰਦੂ ਨੂੰ, ਨਾ ਕਿਸੇ ਹੋਰ ਭਾਸ਼ਾ ਨੂੰ ਕਿਸੇ ਖਾਸ ਧਰਮ ਨਾਲ ਨਹੀਂ ਜੋੜਦੇ, ਉਹਨੂੰ ਭਾਰਤ ਦੇ ਕਲਚਰ ਨਾਲ ਜੋੜਦੇ ਨੇ। ਜਿਹੜੇ ਇਹੋ ਜਿਹੇ ਲੋਕ ਕਿਤੇ ਹੈਗੇ ਨੇ ਉਹਨਾਂ ਤੋਂ ਕੁਝ ਨਾ ਕੁਝ ਪ੍ਰੇਰਨਾ ਲੈਣੀ ਚਾਹੀਦੀ ਆ। ਉਹ ਭਾਜਪਾ 'ਚ ਵਾਪਸ ਜਾਵੇ ਨਾ ਜਾਵੇ, ਲੋਕਾਂ ਦੀ ਜਿਸ ਤਰ੍ਹਾਂ ਦੀ ਸੇਵਾ ਉਹਨੇ ਕੀਤੀ ਆ। ਮੈਨੂੰ ਪੱਛਮੀ ਬੰਗਾਲ ਦਾ ਬਾਪੂ ਸੋਹਣਪਾਲ ਯਾਦ ਆਉਂਦਾ ਜਿਹੜਾ 10 ਜਾਂ 11 ਵਾਰ ਉੱਥੇ MLA ਬਣ ਗਿਆ। ਬੰਗਾਲ ਵਿੱਚ ਜਾ ਕੇ ਇੱਕ ਸਿੱਖ ਦਾ ਮੁੜ ਕੇ ਚੁਣਿਆ ਜਾਣਾ, ਸ਼ਾਇਦ ਉਹ ਇੱਕ ਵਾਰੀ ਹਾਰਿਆ ਸੀ। ਉਦੋਂ ਜਿਹੜੀ ਦੂਸਰੀ ਇੰਦਰਾ ਵਿਰੋਧੀ ਲਹਿਰ ਆਈ ਸੀ ਉਦੋਂ ਹਾਰ ਗਿਆ ਸੀ। ਬਜ਼ੁਰਗ 90 ਸਾਲ ਤੋਂ ਵੱਧ ਉਮਰ ਤੱਕ ਉੱਥੇ MLA ਬਣਿਆ ਰਿਹਾ, ਇਸ ਕਰਕੇ ਕਿ ਉਹਨੇ ਲੋਕਾਂ ਦੇ ਕੰਮ ਕੀਤੇ ਸਨ। ਮੈਂ ਤੁਹਾਨੂੰ ਪੰਜਾਬ ਦੀਆਂ ਸਮੱਸਿਆਵਾਂ ਗਿਣਾ ਕੇ ਦੱਸੀਆਂ। ਮੈਂ ਬੇਨਤੀ ਕਰੂੰਗਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕੋ ਤੇ ਪੰਜਾਬੀਅਤ ਦਾ ਦਰਦ ਰੱਖਣ ਵਾਲਿਓ ਬਾਹਰ ਬੈਠੇ ਹੋ, ਤੁਸੀਂ ਸਾਰੇ ਇਹ ਕੋਸ਼ਿਸ਼ ਕਰੋ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਤੋਰੀਏ, ਉਹਨਾਂ ਲੋਕਾਂ ਦੀ ਮਦਦ ਕਰੀਏ ਜਿਹੜੇ ਆਮ ਲੋਕਾਂ ਦਾ ਦਰਦ ਰੱਖਦੇ ਹੋਣ, ਉਹਨਾਂ ਵਾਸਤੇ ਕੁਝ ਕਰ ਸਕਦੇ ਹੋਣ। ਜਿੰਨੀ ਹੋ ਸਕਦੀ ਹੈ ਉਹਨਾਂ ਦੀ ਮਦਦ ਕਰੀਏ। ਇੰਨੀਆਂ ਕੁ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਕੇ ਤੁਹਾਡੇ ਤੋਂ ਛੁੱਟੀ ਚਾਹੁੰਦਾ। ਦੇਖਦੇ ਰਹੋ TV ਪ੍ਰਾਈਮ ਏਸ਼ੀਆ। ਤੁਹਾਡਾ ਆਪਣਾ, ਤੁਹਾਡੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।